ਸੋ ਸਵਾਗਤ ਹੈ ਜੀ ਇੱਕ ਵਾਰ ਫਿਰ। ਆਓ ਤੁਹਾਡੇ ਨਾਲ ਦੁਬਾਰਾ ਤੋਂ ਸਾਂਝ ਪਾਣੇ ਡਾਕਟਰ ਕਾਲਾ ਸਿੰਘ ਜੀ ਦੀ, ਜਿਹੜੇ ਕਿ ਅੱਜ ਸਾਡੇ ਨਾਲ ਇੱਕ ਬੜੇ ਹੀ ਮਹੱਤਵਪੂਰਨ ਵਿਸ਼ੇ ਤੇ ਸਾਂਝ ਪਾ ਰਹੇ ਨੇ ਕਿ ਕੀ ਬਾਣੀ ਨੂੰ ਸਿਰਫ ਅਸੀਂ ਪੜ੍ਹਨ ਤੱਕ ਹੀ ਸੀਮਿਤ ਕਰਨਾ ਹੈ ਜਾਂ ਫਿਰ ਇਸ ਦੇ ਵਿੱਚੋਂ ਇਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਜੇਕਰ ਅਸੀਂ ਲਾਗੂ ਨਹੀਂ ਕਰਦੇ ਤਾਂ ਫਿਰ ਇਹ ਸਭ ਕੁਝ ਵਿਅਰਥ ਹੈ। ਆਓ ਉਹਨਾਂ ਤੋਂ ਸਾਂਝ ਪਾਣੇ ਹਾਂ ਜੀ ਡਾਕਟਰ ਸਾਹਿਬ। ਹਾਂਜੀ, ਤੇ ਹੁਣ ਇੱਕ ਮੈਂ ਛੋਟੀ ਜਿਹੀ ਹੋਰ ਤੁਹਾਨੂੰ ਮੈਂ ਇਹੀ ਜਿਹੀ ਗੱਲ ਦੱਸਾਂ ਕਿ ਜਿੱਦਾਂ ਗੁਰਬਾਣੀ ਚ ਹੁੰਦਾ ਹੈ ਕਿ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ ਜੀ, ਵੀ ਗੁਰੂ ਨੇ ਪਸ਼ੂ ਪ੍ਰੇਤ ਮੁਗਧ ਪੱਥਰ ਉਤਾਰ ਦਿੱਤੇ। ਹੁਣ ਅਗਰ ਇਹ ਪੜ੍ਹੀ ਜਾਈਏ ਬੈਠੇ ਤਾਂ ਅਸੀਂ ਤਰ ਜਾਵਾਂਗੇ ਉਹਦੇ ਨਾਲ। ਨੋ, ਇਹ ਚੀਜ਼ ਸਮਝਣ ਦੀ ਜ਼ਰੂਰਤ ਇਹ ਹੈ ਕਿ ਪਸ਼ੂ ਨੂੰ ਜਾਂ ਪੱਥਰ ਨੂੰ ਕਿੱਦਾਂ ਤਾੜ ਦਿੱਤਾ ਗੁਰੂ ਨੇ। ਜਿਹੜਾ ਪੱਥਰ ਰੱਬ ਦਾ ਨਾਮ ਲੈ ਹੀ ਨਹੀਂ ਸਕਦਾ ਜੀ, ਜਿਹੜਾ ਪਸ਼ੂ ਰੱਬ ਦਾ ਨਾਮ ਲੈ ਹੀ ਨਹੀਂ ਸਕਦਾ, ਉਹਨੂੰ ਕਿੱਦਾਂ ਤਾੜ ਦਿੱਤਾ। ਇਹਨੂੰ ਜਦੋਂ ਅਸੀਂ ਵਿਚਾਰਾਂਗੇ ਧਿਆਨ ਦੇ ਨਾਲ ਤੇ ਉਸ ਤੋਂ ਇਹ ਪਤਾ ਲੱਗੇਗਾ ਕਿ ਜਿਹੜੇ ਲੋਕਾਂ ਦੀ ਬਿਰਤੀ ਪਸ਼ੂਆਂ ਵਰਗੀ ਸੀ ਜੀ, ਚਿੱਤ ਕਠੋਰ ਜਿਹੜੇ ਸੀ, ਜਿਨ੍ਹਾਂ ਦੇ ਪੱਥਰ ਵਰਗੇ ਕਠੋਰ ਸੀਗੇ, ਪ੍ਰੇਤ ਵਰਗੇ ਜਿਨ੍ਹਾਂ ਦੀ ਬਿਰਤੀ ਸੀਗੀ, ਉਹਨਾਂ ਨੇ ਜਦੋਂ ਗੁਰਬਾਣੀ ਪੜ੍ਹੀ, ਗੁਰਬਾਣੀ ਸੁਣੀ, ਉਹਦੇ ਉੱਪਰ ਵਿਚਾਰ ਕੀਤਾ ਔਰ ਉਸ ਨੂੰ ਜਦੋਂ ਆਪਣੇ ਮਨ 'ਚ ਵਸਾਇਆ, ਉਹਦੇ ਉੱਪਰ ਚੱਲਣਾ ਸ਼ੁਰੂ ਕੀਤਾ ਤਾਂ ਫਿਰ ਉਹ ਤਰ ਗਏ। ਉਹ ਟਰਾਂਸਫਰਮੇਸ਼ਨ ਹੋ ਗਈ ਹੈ ਨਾ। ਇਸ ਵਾਸਤੇ ਜਿਹੜੀ ਕਰੈਕਟ ਜਿਹੜੀ ਮਤਲਬ ਹੈ ਉਹ ਸਮਝਣ ਦੀ ਬਹੁਤ ਜ਼ਰੂਰੀ ਹੈ ਜੀ। ਫਿਰ ਕੁਝ ਬੱਚੇ ਐਸੇ ਹੁੰਦੇ ਨੇ ਹਰਪ੍ਰੀਤ ਸਿੰਘ ਜੀ, ਜਿਹੜੇ ਸਕੂਲੇ ਤੇ ਜਾਂਦੇ ਨੇ ਪਰ ਟੀਚਰ ਦੀ ਐਡਵਾਈਸ ਨੂੰ ਮੰਨਦੇ ਨਹੀਂ ਹੋ, ਜਾਂ ਕੁਝ ਟੀਚਰ ਐਸੇ ਹੁੰਦੇ ਨੇ ਜੀ ਜਿਹੜੇ ਪੜ੍ਹਾਉਂਦੇ ਨੇ ਔਰ ਬੱਚੇ ਉਹਦੀ ਗੱਲ ਸੁਣਦੇ ਵੀ ਨੇ ਪਰ ਉਹਦਾ ਕੋਈ ਮਤਲਬ ਨਹੀਂ ਨਿਕਲਦਾ। ਰਾਈਟ, ਅਸੀਂ ਪਹਿਲਾਂ ਇਸ ਗੱਲ ਪਰ ਦੇਖੀਏ ਕਿ ਜਿਹੜੇ ਟੀਚਰ ਦੀ ਗੱਲ ਸਾਨੂੰ ਸੁਣਨੀ ਚਾਹੀਦੀ ਆ। ਜਦੋਂ ਅਸੀਂ ਉਹਦੀ ਗੱਲ ਸੁਣਾਂਗੇ, ਉਹਦੇ ਨੂੰ ਸਮਝਾਂਗੇ, ਜਿਹੜੀ ਚੀਜ਼ ਸਮਝ ਨਹੀਂ ਆਈ ਉਸ ਨੂੰ ਫਿਰ ਟੀਚਰ ਨੂੰ ਜਾ ਕੇ ਪੁੱਛਾਂਗੇ, ਉਹ ਫਿਰ ਟੀਚਰ ਦੁਬਾਰਾ ਤੁਹਾਨੂੰ ਦੱਸੇਗਾ, ਉਹਦੇ ਉੱਪਰ ਤੁਸੀਂ ਫਿਰ ਅਮਲ ਕਰੋਗੇ, ਐਗਜ਼ਾਮ ਹੋਏਗਾ, ਤੁਸੀਂ ਪਾਸ ਕਰੋਗੇ। ਉਸ ਜਿਹੜੀ ਤੁਹਾਨੂੰ ਨੌਲੇਜ ਮਿਲੀ ਆ, ਉਸ ਨੌਲੇਜ ਨੂੰ ਫਿਰ ਤੁਸੀਂ ਇਸਤੇਮਾਲ ਕਰੋਗੇ। ਠੀਕ, ਜੋ ਤੁਸੀਂ ਸਿੱਖਿਆ ਵਾ ਉਹ ਤੁਸੀਂ ਅੱਜ ਇਸਤੇਮਾਲ ਕਰ ਰਹੇ ਹੋ। ਜੋ ਕੁਝ ਮੈਂ ਸਿੱਖਿਆ ਵਾ ਉਹਨੂੰ ਮੈਂ ਅੱਜ ਇਸਤੇਮਾਲ ਕਰ ਰਿਹਾ ਵਾਂ, ਉਹਦੇ ਨਾਲ ਮੈਨੂੰ ਵੀ ਫਾਇਦਾ ਹੈ ਔਰ ਪਬਲਿਕ ਨੂੰ ਵੀ ਫਾਇਦਾ ਹੈ। ਉਹਦੇ ਬਾਰੇ ਗੁਰੂ ਸਾਹਿਬਾਂ ਨੇ ਕਿਹਾ ਹੈ, ਪਹਿਲੀ ਪੌੜੀ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਸਟਾਰਟਿੰਗ ਦੀ ਹੈ, ਇਹ ਪਹਿਲੀ ਆ ਕਿ ਸਟੇਟਮੈਂਟਾਂ ਦਿੱਤੀਆਂ ਨੇ ਗੁਰੂ ਸਾਹਿਬ ਨੇ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਫਿਰ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ, ਚੁੱਪੇ ਚੁੱਪ ਨਾ ਹੋਵੀ ਜੇ ਲਾ ਰਹਾ ਲਿਵਤਾਰ, ਭੁੱਖੇ ਭੁੱਖ ਨਾ ਤੇਰੇ ਜੇ ਬੰਨਾ ਪੁਰੀਆਂ ਭਾਰ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਪਹਿਲਾ ਸਵਾਲ ਇਹ ਪੁੱਛਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਪਹਿਲਾ ਸਵਾਲ ਹੈ ਔਰ ਪਹਿਲਾ ਜਵਾਬ ਜਾਇਆ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹਨੇ ਟੀਚਰ ਦੀ ਐਡਵਾਈਸ ਨੂੰ ਸੁਣ ਲਿਆ, ਉਹਨੂੰ ਮੰਨ ਲਿਆ ਜੀ, ਉਹਦਾ ਪਾਰ ਉਤਾਰਾ ਹੋਣਾ ਆ। ਹੁਣ ਟੀਚਰ ਦੀ ਐਡਵਾਈਸ ਕੀ ਆ, ਉਹ ਉਹਨਾਂ ਨੇ 1430 ਪੰਨਿਆਂ ਦੇ ਵਿੱਚ ਉਹ ਜਿਹੜੇ ਹੁਕਮ ਹੈਗਾ, ਉਹ ਲੋਕੀ ਪੁੱਛਦੇ ਨੇ ਕਿ ਹੁਕਮ ਕੀ ਆ। ਅਸੀਂ ਮੋਸਟਲੀ ਹੁਕਮ ਇਹ ਕਰਨੇ ਕਿ ਮੰਨੋ ਮੈਂ ਆ ਰਿਹਾ ਵਾ ਇੱਥੇ, ਰਾਸਤੇ 'ਚ ਮੇਰਾ ਐਕਸੀਡੈਂਟ ਹੋ ਗਿਆ, ਉਹਦਾ ਹੁਕਮ ਸੀ ਜੀ ਹੋ ਗਿਆ। ਕੋਈ ਬੰਦਾ ਮਰ ਗਿਆ, ਉਹਦਾ ਹੁਕਮ ਸੀ ਜੀ ਮਰ ਗਿਆ। ਕੋਈ ਕੁੜੀ ਪੈਦਾ ਹੋ ਗਈ, ਮੁੰਡਾ ਨਹੀਂ ਹੋਇਆ, ਉਹਦਾ ਹੁਕਮ ਸੀ। ਉਹਦਾ ਜਿਹੜਾ ਹੁਕਮ ਹੈ ਅਸਲ ਦੇ ਵਿੱਚ ਉਹਦਾ ਹੁਕਮ ਅਟਲ ਹੈ। ਇਹ ਜਿਹੜੇ ਛੋਟੇ ਚੀਜ਼ਾਂ ਨੇ ਇਹ ਤਾਂ ਆਮ ਹੋਣ ਵਾਲੀਆਂ ਨੇ। ਹੁਕਮ ਹੈ ਜਿੱਦਾਂ ਇੱਥੇ ਦੇ ਗੌਰਮੈਂਟ ਦਾ ਹੁਕਮ ਹੈ ਕਿ ਗੱਡੀ ਰਾਈਟ ਸਾਈਡ ਉੱਪਰ ਚਲਾਉਣੀ ਹੈ। ਇੰਡੀਆ ਦਾ ਹੁਕਮ ਹੈ ਗੌਰਮੈਂਟ ਦਾ ਕਿ ਗੱਡੀ ਲੈਫਟ ਸਾਈਡ ਉੱਪਰ ਚਲਾਉਣੀ ਆ। ਗੱਡੀ ਅਗਰ ਪੁੱਠੇ ਪਾਸੇ ਚਲਾਈ ਤੇ ਐਕਸੀਡੈਂਟ ਹੋ ਗਿਆ। ਰਾਈਟ, ਹੁਕਮ ਹੈ ਕਿ ਅਸੀਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ, ਗੱਡੀ ਚਲਾਈ ਐਕਸੀਡੈਂਟ ਹੋ ਗਿਆ ਜਾਂ ਪੁਲਿਸ ਨੇ ਫੜ ਲਿਆ ਤੇ ਮੈਨੂੰ ਟਿਕਟ ਮਿਲ ਗਈ। ਇਸ ਤਰੀਕੇ ਨਾਲ ਜਿਹੜੇ ਰੱਬ ਦੇ ਹੁਕਮ ਨੇ, ਜਿਹੜੇ ਗੁਰੂ ਦੇ ਹੁਕਮ ਨੇ, ਸੂਰਜ ਘੁੰਮ ਰਿਹਾ ਹੈ, ਉਹਦੇ ਆਸੇ ਪਾਸੇ ਜ਼ਮੀਨ ਘੁੰਮ ਰਹੀ ਹੈ, ਉਹਦੇ ਆਸੇ ਪਾਸੇ ਚੰਦਰਮਾ ਘੁੰਮ ਰਿਹਾ ਹੈ, ਜਿਹਦੇ ਨਾਲ ਦਿਨ ਰਾਤ ਰੁੱਤਾਂ ਬਦਲ ਰਹੀਆਂ ਨੇ, ਇਨਸਾਨ ਪੈਦਾ ਹੋਇਆ ਵਾ, ਇਨਸਾਨ ਨੇ ਮਰ ਜਾਣਾ ਆ। ਇਹ ਇਸ ਤਰੀਕੇ ਦੇ ਹੁਕਮ ਨੇ। ਹੁਣ ਇਹਦੇ ਬਾਰੇ ਅਸੀਂ ਬਾਅਦ ਚੋਂ ਗੱਲ ਜ਼ਿਆਦਾ ਕਰਾਂਗੇ, ਇੱਥੇ ਉਹਦੀ ਬਹੁਤੀ ਕਰਨ ਦੀ ਜ਼ਰੂਰਤ ਨਹੀਂ ਹੋ। ਫਿਰ ਜਦੋਂ ਤੁਸੀਂ ਐਂਡ 'ਚ ਜਾਓ ਗੁਰੂ ਗ੍ਰੰਥ ਸਾਹਿਬ ਦੇ ਜੀ, ਜਿਹੜਾ ਅਸੀਂ ਅਖੰਡ ਪਾਠ ਦੇ ਉੱਪਰ ਬੜੀ ਉੱਚੀ ਹਿੱਕ ਲਾ ਕੇ ਪੜ੍ਹਦੇ ਹੁੰਦੇ ਆ ਕਿ ਥਾਲ ਵਿੱਚ 3 ਵਸਤੂ ਪਈਓ। ਉਹਨਾਂ ਨੇ ਹੁਣ ਦੱਸਿਆ ਕਿ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਵੀ ਇਹ ਜਿਹੜਾ ਤੁਹਾਨੂੰ ਇੱਕ ਥਾਲ ਦਿੱਤਾ ਆ ਗੁਰੂ ਗ੍ਰੰਥ ਸਾਹਿਬ ਦਾ, ਇਹਦੇ ਵਿੱਚ 3 ਚੀਜ਼ਾਂ ਨੇ, 7 ਸੱਚਾ ਜੀਵਨ, ਸੰਤੋਖੀ
ਔਰ ਵਿਚਾਰ ਵਾਲਾ ਜੀਵਨ ਜੀ। ਇਹ ਤਿੰਨ ਚੀਜ਼ਾਂ ਨੇ, ਜੇ ਕੋ ਖਾਵੇ ਜੇ ਕੋ ਪੁੰਚੇ। ਹੁਣ ਇੱਕ ਗੱਲ ਧਿਆਨ ਦੀ ਦੇਣ ਦੀ ਇੱਥੇ ਆ ਕਿ ਉਹ ਖਾਣਾ ਆ, ਮਤਲਬ ਕਿ ਸਮਝਣਾ ਆ, ਔਰ ਪੁੰਚਣਾ ਆ, ਉਹਨੂੰ ਪਹੁੰਚਾਉਣਾ ਆ। ਜਦ ਤੱਕ ਅਸੀਂ ਉਹਨੂੰ ਪੁੰਚਾਂਗੇ ਨਹੀਂ, ਪਹੁੰਚਾਵਾਂਗੇ ਨਹੀਂ, ਉਹਦੇ ਉੱਪਰ ਇਸਤੇਮਾਲ ਨਹੀਂ ਕਰਾਂਗੇ, ਉਹ ਖਾਣ ਦੇ ਨਾਲ ਵੀ ਕੋਈ ਫਾਇਦਾ ਨਹੀਂ ਹੋ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾਹੇ ਉਧਾਰੋ, ਇਹ ਵਸਤ ਤਜੀ ਨਹੀਂ ਜਾਏ ਨਿਤ ਨਿਤ ਰੱਖੋ ਤਾਰੋ। ਇਹਦਾ ਮਤਲਬ ਇਹ ਹੈ ਕਿ ਇਹ ਨਹੀਂ ਇੱਕ ਵਾਰੀ ਪੜ੍ਹ ਕੇ, ਇੱਕ ਵਾਰੀ ਸਮਝ ਕੇ, ਇਸਤੇਮਾਲ ਕਰਕੇ ਤਾਂ ਛੱਡ ਦਿੱਤਾ ਉਹਨੂੰ, ਬਾਰ-ਬਾਰ ਉਸ ਨੂੰ ਇਸ ਨੂੰ ਹਰ 24 ਘੰਟੇ ਹਮੇਸ਼ਾ ਇਸ ਨੂੰ ਇਸਤੇਮਾਲ ਕਰਨਾ ਹੈ, ਜਿਸ ਨੂੰ ਕਿਹਾ ਗਿਆ ਕਿ ਸਾਸ ਸਾਸ ਸਿਮਰੋ ਗੋਬਿੰਦ। ਇਹ ਸਾਸ ਸਾਸ ਸਿਮਰੋ ਗੋਬਿੰਦ ਮਤਲਬ ਕਿ ਹਰ ਸਾਸ ਦੇ ਨਾਲ ਜਿਹੜਾ ਵੀ ਅਸੀਂ ਕਦਮ ਚੁੱਕਦੇ ਪਏ ਹਾਂ, ਇਹ ਅਸੀਂ ਉਸ 1430 ਪੰਨੇ ਜਿਹੜੇ ਸਾਨੂੰ ਦਿੱਤੇ ਨੇ ਉਹਦੇ ਮੁਤਾਬਕ ਚੁੱਕ ਰਹੇ ਹਾਂ। ਉਹਨੂੰ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ। ਪਰ ਅਸੀਂ ਮੋਸਟਲੀ ਸਾਸ ਸਾਸ ਸਿਮਰੋ ਗੋਬਿੰਦ ਦਾ ਨਾਮ ਇਹ ਕਰਨੇ ਕਿ ਬੈਠ ਕੇ ਵਾਹਿਗੁਰੂ 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 ਕਰੀ ਜਾਈਏ, ਪਰ ਹੁਣ ਉਹ ਸਾਸ ਸਾਸ ਵਾਹਿਗੁਰੂ ਵਾਹਿਗੁਰੂ ਨਹੀਂ ਹੋ ਸਕਦਾ। ਹੁਣ ਤੁਹਾਡੇ ਨਾਲ ਮੈਂ ਗੱਲ ਕਰਦਾ ਪਿਆ ਵਾਂ ਤਾਂ ਮੈਂ ਵਾਹਿਗੁਰੂ ਨਹੀਂ ਕਰ ਸਕਦਾ, ਰੋਟੀ ਖਾਣਾ ਪਿਆ ਤਾਂ ਮੈਂ ਵਾਹਿਗੁਰੂ ਨਹੀਂ ਕਰ ਸਕਦਾ, ਹੈ ਨਾ। ਪਰ ਸਾਸ ਸਾਸ ਸਿਮਰੋ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਦੱਸੀ ਹੋਈ 1430 ਪੰਨਿਆਂ ਦੇ ਵਿੱਚ ਸਿੱਖਿਆ ਦਿੱਤੀ ਹੋਈ ਇਹ ਤੁਸੀਂ ਕੰਟੀਨਿਊ ਰੱਖਣੀ ਆ। ਤੇ ਹੁਣ ਅੱਗੇ ਤੁਸੀਂ ਥੋੜ੍ਹਾ ਜਿਹਾ ਜਾਓਗੇ ਕਿ ਟੀਚਰ ਜਿਹੜਾ ਉਹ ਕੈਸਾ ਹੋਣਾ ਚਾਹੀਦਾ ਆ ਜੀ। ਵੀ ਕੁਝ ਟੀਚਰ ਹੁੰਦੇ ਨੇ ਜਿਹੜੇ ਸਿਰਫ ਟਾਈਮ ਪਾਸ ਕਰਦੇ ਨੇ ਆ ਕੇ, ਕੁਝ ਟੀਚਰ ਐਸੇ ਹੁੰਦੇ ਨੇ ਜਿਹੜੇ ਕਿ ਆਪਣੀ ਰਿਸਰਚ ਕਰਦੇ ਨੇ ਔਰ ਬੱਚਿਆਂ ਨੂੰ ਬੜੇ ਸੋਹਣਾ ਚੀਜ਼ ਸਮਝਾਉਂਦੇ ਨੇ, ਔਰ ਕੁਝ ਟੀਚਰ ਹੁੰਦੇ ਨੇ ਜਿਹੜੇ ਸਮਝਾਉਣਾ ਚਾਹੁੰਦੇ ਨੇ ਪਰ ਜਿਹੜੀ ਮੈਨੇਜਮੈਂਟ ਵਾ ਉਹ ਉਹਨਾਂ ਨੂੰ ਉਹ ਚੀਜ਼ ਸਮਝਾਉਣ ਨਹੀਂ ਦਿੰਦੀ। ਉਹ ਕਹਿੰਦੇ ਕਿ ਨਹੀਂ ਸਾਡਾ ਟੀਚਾ ਇਹ ਆ। ਰਾਈਟ। ਕੁਝ ਪ੍ਰਚਾਰਕ ਐਸੇ ਹੁੰਦੇ ਨੇ ਜਿਹੜੇ ਸਿਰਫ ਟਾਈਮ ਪਾਸ ਕਰਦੇ ਨੇ ਆ ਕੇ, ਪੁਰਾਣੀਆਂ ਕਹਾਣੀਆਂ ਸੁਣਾ ਦਿੱਤੀਆਂ, ਉਹੀ ਕਥਾ, ਔਰ ਆਪਣਾ ਪੈਸੇ ਇਕੱਠੇ ਕੀਤੇ ਚਲੇ ਗਏ। ਕੁਝ ਹੁੰਦੇ ਨੇ ਜਿਹੜੇ ਬੜੇ ਪਹੁੰਚੇ ਹੁੰਦੇ ਨੇ, ਉਹਨਾਂ ਨੇ ਬੜੀ ਰਿਸਰਚ ਕੀਤੀ ਹੁੰਦੀ ਆ, ਉਹ ਬੜੀ ਸੋਹਣੀ ਚੀਜ਼ ਸਮਝਾਉਂਦੇ ਨੇ, ਪਰ ਜਿਹੜੀ ਕਈ ਵਾਰੀ ਜਿਹੜੀ ਮੈਨੇਜਮੈਂਟ ਹੁੰਦੀ ਆ ਗੁਰਦੁਆਰੇ ਦੀ, ਉਹ ਉਸ ਨੂੰ ਉਹਨਾਂ ਨੂੰ ਬੋਲਣ ਨਹੀਂ ਦਿੰਦੀ। ਕਹਿੰਦੇ ਜੀ ਸਾਡਾ ਟੀਚਾ ਇਹ ਆ ਜੀ, ਤੁਸੀਂ ਇਹ ਬੋਲਣਾ ਆ। ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਟੀਚਰ ਕੈਸਾ ਹੋਵੇ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਜਿਹੜੇ ਕਿਸੇ ਚੰਗੇ ਟੀਚਰ ਨੇ ਸਾਨੂੰ ਗਿਆਨ ਦਿੱਤਾ ਉਹਦੇ ਨਾਲ ਅੰਧੇਰਾ ਖਤਮ ਹੋ ਗਿਆ। ਕਾਹਦਾ? ਅਗਿਆਨਤਾ ਦਾ, ਹੈ ਨਾ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਠੀਕ। ਏਕ ਅਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ। ਕੋਈ ਬੰਦਾ ਹੈ ਜਿਹੜਾ ਕਿ ਵਿਚਾਰ ਕਰਦਾ ਹੈ। ਹੁਣ ਇਹ ਦੇਖੋ ਕਿ ਜਿਸ ਟੀਚਰ ਨੇ ਸਾਨੂੰ ਮਾਰਗ ਦਿਖਾਉਣਾ ਆ, ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ। ਜਿਹੜੇ ਸਾਨੂੰ ਟੀਚਰ ਨੇ ਮਾਰਗ ਦਿਖਾਉਣਾ ਆ, ਉਹ ਅਗਰ ਮੈਨੇਜਮੈਂਟ ਉਸ ਟੀਚਰ ਨੂੰ ਨਹੀਂ ਉਹ ਬੋਲਣ ਦਿੰਦੀ, ਉਹ ਫਿਰ ਜਿਹੜੇ ਬੱਚੇ ਨੇ ਉਹ ਪ੍ਰਾਈਵੇਟ ਟਿਊਸ਼ਨ ਰੱਖਦੇ ਨੇ। ਫਿਰ ਉਹ ਠੀਕ ਪ੍ਰਾਈਵੇਟ ਟਿਊਸ਼ਨ ਜਾ ਕੇ ਉੱਥੇ ਫਿਰ ਸਿੱਖਿਆ ਲੈਣ ਦੀ ਕੋਸ਼ਿਸ਼ ਕਰਦੇ ਆ। ਰਾਈਟ। ਉਹ ਚੀਜ਼ ਹੁਣ ਅਸੀਂ ਇੱਥੇ ਕਰਦੇ ਪਏ ਹਾਂ ਕਿ ਜਿਹੜੀ ਚੀਜ਼ ਸਾਨੂੰ ਗੁਰਦੁਆਰੇ 'ਚੋਂ ਨਹੀਂ ਮਿਲਦੀ ਪਈ, ਉੱਥੇ ਪ੍ਰਚਾਰਕ ਨਹੀਂ ਦੱਸਦੇ ਪਏ, ਉਹ ਪ੍ਰਾਈਵੇਟ ਟਿਊਸ਼ਨਾਂ ਜਿਹੜੀਆਂ ਨੇ ਉਹ ਰੇਡੀਓ ਤੋਂ ਟੈਲੀਵਿਜ਼ਨ ਤੋਂ ਦਿੱਤੀਆਂ ਜਾ ਰਹੀਆਂ ਨੇ, ਤਾਂ ਕਿ ਜਿਹੜੀ ਅਧਿਆਤਮਕ ਪੱਖ ਹੈਗਾ ਵਾ ਗੁਰਬਾਣੀ ਦਾ ਉਹ ਸਭ ਪਬਲਿਕ ਤੱਕ ਪਹੁੰਚਾਇਆ ਜਾ ਸਕੇ। ਠੀਕ ਹੈ ਨਾ। ਤੇ ਇਹਦੇ ਵਿੱਚ ਹੁਣ ਜਿਹੜੀ ਆਖਰੀ ਜਿਹੜੀ ਚੀਜ਼ ਹੈਗੀ, ਤੁਹਾਨੂੰ ਮੈਂ ਟਾਈਮ ਖਤਮ ਹੋ ਰਿਹਾ ਵਾ, ਉਹ ਮੈਂ ਤੁਹਾਨੂੰ ਦੱਸਾਂ ਕਿ ਵਿਚਾਰ ਕੀ ਹੈ ਜੀ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਜੀ। ਹੁਣ ਨਾਮ ਦੇ ਬਾਰੇ ਦੱਸਿਆ ਅਗਲੇ ਤੁਕ ਵਿੱਚ ਕਿ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗਿਆਨ ਨਹੀਂ ਅੰਤਰ ਗਿਆਨ ਹੈ। ਪਰ ਇਸ ਚੀਜ਼ ਨੂੰ ਦੱਸਣ ਦੀ ਬਜਾਏ ਅਸੀਂ ਹਲੇ ਵੀ ਹਰਿਮੰਦਰ ਸਾਹਿਬ ਜਾਂਦੇ ਹਾਂ ਔਰ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਜੀ। ਇੰਨੇ ਨੂੰ ਦੂਰੋਂ ਅਸੀਂ ਜਾਂਦੇ ਹਾਂ ਟਿਕਟਾਂ ਖਰਚ ਕਰਕੇ ਕਿ ਸਿਰਫ ਹਰਿਮੰਦਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਜਾਣਾ ਵਾ। ਪਰ ਜਿਹੜੇ ਗੁਰੂ ਨੇ ਸਾਨੂੰ ਕਿਹਾ ਕਿ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗਿਆਨ ਸਾਨੂੰ ਲੈਣਾ ਵਾ, ਉਹ ਅਸੀਂ ਉਹ ਨਾ ਤੇਰਾ ਤੀਰਥ ਵਾ, ਅਸੀਂ ਇੱਥੇ ਤੁਹਾਡੇ ਨਾਲ ਬੈਠ ਕੇ ਉਹ ਵੀ ਕਰ ਸਕਦੇ ਹਾਂ। ਰਾਈਟ। ਜਿਹੜਾ ਸੰਤ ਜਿਹੜੀ ਸਾਨੂੰ ਸਾਧ ਸੰਗਤ ਵਾਸਤੇ ਦੱਸੀ ਗਈ ਹੈ, ਜੇ ਤੁਹਾਨੂੰ ਗਿਆਨ ਮਿਲਣਾ ਵਾ, ਉਹ ਅਗਰ ਸਾਨੂੰ ਉਹ ਜ਼ਰੂਰੀ ਨਹੀਂ ਕਿ ਗੁਰਦੁਆਰੇ ਦੇ ਵਿੱਚ ਬੈਠ ਕੇ ਹੀ ਮਿਲਣਾ ਆ, ਉਹ ਵੀ ਮਿਲਦਾ, ਗੁਰਦੁਆਰੇ ਵਿੱਚ ਵੀ ਮਿਲਦਾ ਆ, ਪਰ ਉਹ ਅਸੀਂ ਗਿਆਨ ਟੈਲੀਵਿਜ਼ਨ ਉੱਪਰ, ਇੰਟਰਨੈਟ ਦੇ ਉੱਪਰ, ਚੈਟ ਰਾਹੀਂ ਜਾਂ ਕਿਤੇ ਵੀ ਬੈਠ ਕੇ, ਜਿੱਥੇ ਵੀ ਬੈਠ ਕੇ ਅਸੀਂ ਉਹ ਗਿਆਨ ਲਈਏ ਜੀ। ਗਿਆਨ ਅੰਜਨ ਗੁਰਦੀਆ, ਉਹ ਅਗਿਆਨ ਅੰਧੇਰ ਜਿਹੜਾ ਵਾ ਉਹਨੂੰ ਵਿਨਾਸ਼ ਕਰਨ ਦੇ ਵਾਸਤੇ ਜਿੱਥੇ ਵੀ ਬਹਿ ਜਾਈਏ, ਰਾਈਟ, ਉਹੀ ਤੀਰਥ ਹੈ ਔਰ ਉਹੀ ਸਾਧ ਸੰਗਤ ਹੈ। ਠੀਕ। ਇਸ ਵਾਸਤੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਬਾਣੀ ਦਾ ਵਿਚਾਰ ਕਰਨਾ, ਜਗ੍ਹਾ ਜਗ੍ਹਾ ਤੇ ਉਹਨਾਂ ਨੇ ਇਹ ਦੱਸਿਆ ਕਿ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਜੇ ਵਿਚਾਰ ਨਹੀਂ ਕਰਾਂਗੇ, ਸਿਰਫ ਅਗਰ ਅਖੰਡ ਪਾਠਾਂ ਤੱਕ ਸੀਮਤ ਰਹਿ ਗਏ, 101 ਜਪਜੀ ਸਾਹਿਬਾਂ ਦੇ ਉੱਪਰ ਸੀਮਤ ਰਹਿ ਗਏ, ਤਾਂ ਫਿਰ ਉਹ ਗੁਰੂ ਨਾਨਕ ਦੇ ਜਿਹੜਾ ਪੰਥ ਚਲਾਇਆ ਸੀਗਾ ਉਹਦਾ ਕੋਈ ਫਰਕ ਨਹੀਂ ਪਿਆ।
ਬਹੁਤ ਖੂਬ ਜੀ, ਜਿਹੜਾ ਤੁਸੀਂ ਬੜੇ ਇੱਕ ਲੇਮੈਨ ਲੈਂਗੁਏਜ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਬੱਚਿਆਂ ਦਾ ਐਗਜ਼ਾਮਪਲ ਲੈ ਕੇ ਜਿਸ ਤਰ੍ਹਾਂ ਅਸੀਂ ਸਕੂਲ ਵਿੱਚ ਜਾਈਦਾ ਹੈ। ਹੁਣ ਡਾਕਟਰ ਸਾਹਿਬ, ਆਲੇ ਦੁਆਲੇ ਜੋ ਕੁਝ ਸਾਡੇ ਹੋ ਰਿਹਾ ਹੈ ਉਸ ਵਿੱਚ ਤਾਂ ਅਸੀਂ ਜਿਹੜੀ ਪਹਿਲਾਂ ਤੁਸੀਂ ਐਗਜ਼ਾਮਪਲ ਦਿੱਤਾ ਸੀ ਕਿ ਅਸੀਂ ਤਾਂ ਉੱਥੋਂ ਤੱਕ ਹੀ ਸੀਮਿਤ ਰਹਿ ਗਏ। ਇੱਕ ਬੜਾ ਨਿਆਰਾ ਪੰਥ ਜਿਹੜਾ ਗੁਰੂ ਨੇ ਚਲਾਇਆ ਸੀ ਅਤੇ ਇਹ ਸੋਚ ਜਿਹੜੀ ਸੀ ਬੜੀ ਸਿੰਪਲ ਵੇ ਆਫ ਲਾਈਫ ਦੱਸੀ ਸੀ। ਹਰ ਇੱਕ ਵਿਅਕਤੀ ਕੋਲ ਬੁੱਧੀ ਹੈ ਜਿਸ ਨੂੰ ਕਿ ਵਿਵੇਕ ਬੁੱਧੀ ਵਰਤੋਂ ਕਰਕੇ ਅਸੀਂ ਆਪਣੇ ਜੀਵਨ ਵਿੱਚ ਚੇਂਜਸ ਲਿਆਉਣੇ ਨੇ। ਤੁਸੀਂ ਅਫਰੀਕਾ ਵਿੱਚ ਵੀ ਰਹੇ, ਇੰਡੀਆ ਵਿੱਚ ਵੀ ਰਹੇ, ਕੈਨੇਡਾ ਵਿੱਚ ਵੀ ਰਹੇ ਹੋ, ਸਿੱਖਾਂ ਨਾਲ ਵਿਚਰਦੇ ਹੈਗੇ ਹੋ। ਕੀ ਕਾਰਨ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਇਹ ਸਿੰਪਲ ਸੋਚ ਜਿਹੜੀ ਹੈ ਇਸ ਨੂੰ ਅਸੀਂ ਅੱਗੇ ਲਾਗੂ ਨਹੀਂ ਕਰ ਸਕ ਰਹੇ? ਹਰਪ੍ਰੀਤ ਸਿੰਘ ਜੀ, ਗੱਲ ਇਹ ਹੋਈ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਜਦੋਂ ਤੋਂ ਅੰਗਰੇਜ਼ਾਂ ਦਾ ਰਾਜ ਆਇਆ ਵਾ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਦੇ ਟਾਈਮ ਤੋਂ ਲੈ ਲਵੋ, ਉਦੋਂ ਤੋਂ ਲੈ ਕੇ ਜਿਹੜੀ ਸਾਡੀ ਸੋਚ ਵਾ ਉਸ ਨੂੰ ਡਾਇਲਿਊਟ ਕੀਤਾ ਗਿਆ। ਰਾਈਟ। ਸ਼ੁਰੂ ਤੋਂ ਹੀ, ਔਰ ਉਹ ਡਾਇਲਿਊਟ ਹਾਲੇ ਤੱਕ ਚੱਲ ਰਹੀ ਹੈ ਜੀ। ਔਰ ਸਾਨੂੰ ਉਸ ਵੇਲੇ ਦੇ ਟਾਈਮ ਤੇ ਸਾਡੇ ਫਾਦਰ, ਗ੍ਰੈਂਡਫਾਦਰ, ਸਾਡੇ ਜਿਹੜੇ ਪੇਰੈਂਟਸ ਨੇ, ਉਹਨਾਂ ਨੂੰ ਸ਼ੁਰੂ ਤੋਂ ਹੀ ਦੱਸਿਆ ਗਿਆ ਕਿ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ, ਗੁਰਬਾਣੀ ਦਾ ਨਿਰਾਦਰ ਨਹੀਂ ਕਰਨਾ। ਅਗਰ ਤੁਸੀਂ ਗਲਤ ਬਾਣੀ ਪੜ੍ਹ ਦਿੱਤੀ ਤੇ ਨਿਰਾਦਰ ਹੋ ਜਾਏਗਾ। ਤੇ ਉਸ ਡਰ ਤੋਂ ਜਿਹੜਾ ਸਾਡੇ ਅੰਦਰ ਬਿਠਾਇਆ ਗਿਆ ਵਾ, ਉਹ ਕਿਸੇ ਨੇ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਪਿਛਲੀ ਵਾਰੀ ਵੀ ਇੱਕ ਵਾਰੀ ਪਹਿਲਾਂ ਵੀ ਮੈਂ ਐਗਜ਼ਾਮਪਲ ਦਿੱਤੀ ਸੀਗੀ ਕਿ ਇੱਕ ਬੱਚਾ ਮੇਮਣਾ ਲੈ ਕੇ ਜਾ ਰਿਹਾ ਵਾ ਤੇ ਰਸਤੇ 'ਚ ਉਹਨੂੰ 4 ਠੱਗ ਮਿਲ ਗਏ ਤੇ ਉਹਨਾਂ ਨੇ ਚਾਰਾਂ ਨੇ ਕਹਿਤਾ ਕਿ ਮੇਮਣਾ ਨਹੀਂ, ਇਹ ਤਾਂ ਸੂਰ ਦਾ ਬੱਚਾ ਆ, ਹਨਾ। ਅਲਟੀਮੇਟਲੀ ਉਹ ਮੰਨ ਜਾਂਦਾ, ਉਹ ਛੱਡ ਕੇ ਉਹ ਮੰਨ ਗਿਆ ਔਰ ਉਹਨੂੰ ਛੱਡ ਕੇ ਤਾਂ ਆਪਣੇ ਮਾਮੇ ਨਾਲ ਜਾ ਕੇ ਲੜਾਈ ਕਰਨ ਲੱਗ ਪਿਆ ਔਰ ਮਾਮੇ ਦਾ ਕਹਿਣਾ ਮੰਨਣ ਦੀ ਬਜਾਏ ਉਹਨਾਂ ਠੱਗਾਂ ਦੀ ਗੱਲ ਉੱਪਰ ਵਿਸ਼ਵਾਸ ਕਰਦਾ ਰਿਹਾ। ਸਾਡੇ ਨਾਲ ਇਹ ਹੋ ਰਿਹਾ ਕਿ ਅਸੀਂ ਠੱਗੇ ਗਏ ਹਾਂ ਸ਼ੁਰੂ ਤੋਂ ਹੀ। ਹੁਣ ਅਸੀਂ ਜਿਹੜਾ ਸਾਨੂੰ ਕੋਈ ਠੀਕ ਗੱਲ ਦੱਸਣ ਦੀ ਕੋਸ਼ਿਸ਼ ਵੀ ਕਰਦਾ ਆ, ਅਸੀਂ ਉਹਨਾਂ ਦੀ ਗੱਲ ਨੂੰ ਸੁਣਨ ਦੀ ਬਜਾਏ ਉਹਨਾਂ ਠੱਗਾਂ ਦੀ ਗੱਲ ਹੀ ਬਣੀ ਜਾਂਦੇ ਆ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਇੱਥੇ ਆ ਕੇ ਇਸ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਤੇ ਚਾਨਣ ਪਾਉਣ ਲਈ। ਗੁਰਬਾਣੀ ਦਾ ਕੀ ਪਰਸਪੈਕਟਿਵ ਹੈ ਇਸ ਇਸ਼ੂ ਦੇ ਉੱਤੇ? ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਕਾਲਾ ਸਿੰਘ ਜੀ ਨੇ ਜਿਹੜੇ ਇਸ ਵਿਸ਼ੇ 'ਤੇ ਅੱਜ ਸਾਂਝ ਪਾਈ ਹੈ ਜੀ, ਗੁਰਬਾਣੀ ਵੱਧ ਤੋਂ ਵੱਧ ਪੜ੍ਹੋ, ਕਿਉਂਕਿ ਸੁਣੀਏ ਮੰਨੀਏ ਮਨ ਕੀਤਾ ਭਾਉ। ਸੁਣਨ ਨਾਲ ਹੀ, ਪੜ੍ਹਨ ਨਾਲ ਹੀ ਸਾਨੂੰ ਪਤਾ ਲੱਗੇਗਾ ਬਾਣੀ ਦੇ ਬਾਰੇ। ਲੇਕਿਨ ਇਸ ਨੂੰ ਸਿਰਫ ਸੀਮਤ ਨਾ ਰੱਖ ਦਈਏ ਕਿ ਅੱਜ ਅਸੀਂ ਇੰਨੇ ਪਾਠ ਕਰ ਲਏ ਅਤੇ ਉਨੇ ਪਾਠ ਕਰ ਲਏ, ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲੀਏ। ਜਦ ਤੱਕ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਕਿ ਭਾਵੇਂ ਇੱਕ ਬਾਣੀ ਦਾ ਪਾਠ ਜਪਜੀ ਸਾਹਿਬ ਦਾ ਇੱਕ ਕਰੋ, ਲੇਕਿਨ ਉਸ ਨੂੰ ਸਮਝ ਕੇ, ਵਿਚਾਰ ਕੇ ਅਤੇ ਜੋ ਕੁਝ ਲਿਖਿਆ ਗਿਆ ਹੈ ਉਸ ਨੂੰ ਸਮਝਾਂਗੇ, ਵਿਚਾਰਾਂਗੇ ਤਾਂ ਤਦ ਹੀ ਅਸੀਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਸਕਾਂਗੇ। ਨਹੀਂ ਤਾਂ ਜਿਸ ਤਰ੍ਹਾਂ ਆਮ ਤੌਰ ਦੇ ਉੱਤੇ ਜੋ ਅੱਜ ਰਿਵਾਜ਼ ਚੱਲ ਪਿਆ ਕਿ ਅੱਜ ਤਾਂ ਸੁਖਮਨੀ ਸਾਹਿਬ ਦੇ ਵੀ ਅਸੀਂ ਕਈ ਚੀਜ਼ਾਂ ਕਰਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੀ ਲੋੜ ਨਹੀਂ, ਸਿਰਫ ਸੁਖਮਨੀ ਸਾਹਿਬ ਹੀ ਪੜ੍ਹੀ ਜਾਓ। ਇਹ ਚੀਜ਼ਾਂ ਮਨਮਤ ਹਨ। ਆਓ ਸਾਰੇ ਵਿਚਾਰ ਕਰੀਏ ਅਤੇ ਕਿਸੇ ਦੇ ਉੱਤੇ ਵਿਸ਼ਵਾਸ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ, ਇਹੀ ਸਾਡਾ ਗੁਰੂ ਹੈ। ਉਸ ਵਿੱਚ ਜੋ ਕੁਝ ਲਿਖਿਆ ਗਿਆ ਹੈ ਉਸ ਦੇ ਉੱਤੇ ਜਿਹੜੀ ਚੀਜ਼ ਵੀ ਢੁਕਦੀ ਹੈ ਉਸ ਨੂੰ ਹੀ ਮੰਨ ਕੇ ਅਸੀਂ ਅੱਗੇ ਆਪਣਾ ਜੀਵਨ ਜੋ ਹੈ ਉਸ ਨੂੰ ਠੀਕ ਕਰੀਏ। ਸੋ ਸਭ ਦਾ ਧੰਨਵਾਦ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ। ਫੀਡਬੈਕ ਲਈ 604 603 75 55 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ harpreet@akaltv.com। ਇਸ ਪ੍ਰੋਗਰਾਮ ਵਿੱਚ ਮੈਂ ਹਮੇਸ਼ਾ ਬੇਨਤੀ ਕਰਿਆ ਕਰਨਾ ਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ, ਜੀ ਆਇਆਂ ਨੂੰ। ਜੇਕਰ ਤੁਹਾਡੇ ਕੋਲ ਵੀ ਕੋਈ ਪਰਸਪੈਕਟਿਵ ਹੋਵੇ ਤਾਂ ਆਓ, ਤਾਂ ਕਿ ਅਸੀਂ ਸਾਰੇ ਪਰਸਪੈਕਟਿਵਸ ਨੂੰ ਸੁਣ ਕੇ ਆਪਣਾ ਫੈਸਲਾ ਕਰ ਸਕੀਏ। ਇਸ ਵਾਸਤੇ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੋ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਾਂਗੇ। ਸੋ ਲੈਣਾ ਆ ਗਿਆ ਜੀ, ਫਿਰ ਅਗਲੇ ਹਫਤੇ ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।